ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਪੂਜਨੀਕ ਹਯੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਅਪਾਰ ਰਹਿਮਤ ਦਾ ਵਰਣਨ ਇਸ ਪ੍ਰਕਾਰ ਹੈ ਜੀ। ਮੈਂ ਬਲਜਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਸ੍ਰੀ ਗਿਆਨ ਚੰਦ, ਪਿੰਡ ਡਾਕਖਾਨਾ ਚੰਡਾ ਵਾਲਾ ਮੀਰਾਂ ਸਾਂਗਲਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਦਾ ਰਹਿਣ ਵਾਲਾ ਹਾਂ। ਇਹ ਗੱਲ 2020 ਦੀ ਸਤੰਬਰ ਮਹੀਨੇ ਦੀ ਹੈ, ਜਦੋਂ ਕਰੋਨਾ ਦੀ ਪਹਿਲੀ ਲਹਿਰ ਦਾ ਕਹਿਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮੈਨੂੰ ਹਲਕਾ ਜਿਹਾ ਬੁਖਾਰ ਮਹਿਸੂਸ ਹੋਇਆ ਅਤੇ ਥਕਾਵਟ ਵੀ ਬਹੁਤ ਮਹਿਸੂਸ ਹੋ ਰਹੀ ਸੀ। ਜਿਸ ਤਰ੍ਹਾਂ ਅਕਸਰ ਘਰਾਂ ਵਿੱਚ ਅਸੀਂ ਕੋਈ ਦਵਾਈ ਲੈ ਲੈਂਦੇ ਹਾਂ, ਮੈਂ ਵੀ ਪ੍ਰਵਾਹ ਕੀਤੀ ਨਹੀਂ ਅਤੇ ਘਰੇ ਹੀ ਦਵਾਈ ਲੈ ਲਈ। 3-4 ਦਿਨ ਇਸੇ ਤਰ੍ਹਾਂ ਭੱਜ ਦੌੜ ਨਿਕਲ ਗਏ। ਮੈਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਚੌਥੇ ਦਿਨ ਰਾਤ ਨੂੰ ਲਗਭਗ 12 ਵਜੇ ਅਚਾਨਕ ਹੀ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਮੇਰਾ ਦਮ ਘੁੱਟ ਰਿਹਾ ਹੈ। ਅਚਾਨਕ ਮੈਨੂੰ ਸਾਹ ਲੈਣ ਵਿੱਚ ਬਹੁਤ ਪਰੇਸ਼ਾਨੀ ਹੋਣ ਲੱਗੀ। ਮੇਰੀ ਅਜਿਹੀ ਗੰਭੀਰ ਦੀ ਹਾਲਤ ਨੂੰ ਦੇਖਦੇ ਮੇਰੇ ਪਰਿਵਾਰ ਵਾਲੇ ਘਬਰਾ ਗਏ ਅਤੇ ਜਲਦੀ ਹੀ ਮੈਨੂੰ ਫਾਜ਼ਿਲਕਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਪਰ ਮੇਰੀ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜਦੀ ਦੇਖ ਕੇ ਡਾਕਟਰ ਵੀ ਘਬਰਾ ਗਏ। ਉਹਨਾਂ ਨੇ ਮੈਨੂੰ ਛੇਤੀ ਤੋਂ ਛੇਤੀ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਿਹਾ। ਫਿਰ ਮੈਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਫਰੀਦਕੋਟ ਵਿੱਚ ਰੈਫਰ ਕਰ ਦਿੱਤਾ ਗਿਆ। ਮੇਰਾ ਪਰਿਵਾਰ ਦੀ ਪੁਸ਼ਤਾ ਤੋਂ ਡੇਰਾ ਸੱਚਾ ਸੌਦਾ ਸਿਰਸਾ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਰੇ ਵਰਤਮਾਨ ਗੱਦੀ ਨਸ਼ੀਨ ਪੂਜਨਿਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਚਰਨ ਕਮਲਾਂ ਵਿੱਚ ਅਰਦਾਸ ਕਰਨ ਲੱਗੇ। ਮੇਰੀ ਸੀਰੀਅਸ ਹਾਲਤ ਨੂੰ ਦੇਖ ਕੇ ਮੈਨੂੰ ਛੇਤੀ ਐਮਰਜੈਂਸੀ ਵਿੱਚ ਐਡਮਿਟ ਕੀਤਾ ਗਿਆ ਤੇ ਵੈਂਟੀਲੇਟਰ ਤੇ ਰੱਖਿਆ ਗਿਆ। ਡਾਕਟਰਾਂ ਨੇ ਮੇਰੇ ਸੈਂਪਲ ਟੈਸਟ ਲਏ ਤੇ ਮੇਰੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮੇਰੇ ਫੇਫੜੇ ਕਰੋਨਾ ਕਾਰਨ 80% ਖਰਾਬ ਹੋ ਚੁੱਕੇ ਹਨ ਅਤੇ ਇਸ ਮੁਸੀਬਤ ਨਾਲ ਪਰਿਵਾਰ ਜੂਝ ਰਿਹਾ ਸੀ। ਇਸੇ ਦੌਰਾਨ ਮੇਰੇ ਪਾਪਾ ਅਤੇ ਵੱਡੇ ਵੀਰ ਦੀ ਤਬੀਅਤ ਵੀ ਵਿਗੜ ਗਈ। ਉਹਨਾਂ ਨੂੰ ਅੱਡ-ਅੱਡ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਮੇਰੇ ਕੋਲ ਮੇਰੀ ਪਤਨੀ ਸੀ, ਮੇਰੇ ਬੱਚੇ ਤੇ ਮੰਮੀ ਸਨ। 3-4 ਦਿਨਾਂ ਵਿੱਚ ਜਿਵੇਂ ਸਾਰੀ ਦੁਨੀਆ ਹੀ ਅਸਤ-ਵਿਅਸਤ ਹੋ ਗਈ। ਉੱਥੋਂ ਦੇ ਅਨੁਭਵੀ ਡਾਕਟਰ ਲਗਾਤਾਰ ਮੇਰੀ ਹਾਲਤ ਨੂੰ ਸੁਧਾਰਨ ਦਾ ਯਤਨ ਕਰ ਰਹੇ ਸਨ, ਪਰ ਮੇਰੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ। ਮੈਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਮੇਰਾ ਆਕਸੀਜਨ ਲੈਵਲ ਦਿਨ ਪ੍ਰਤੀ ਦਿਨ ਘੱਟ ਹੁੰਦਾ ਜਾ ਰਿਹਾ ਸੀ। ਇਸੇ ਦੌਰਾਨ ਮੇਰੀ ਭੈਣ ਪੂਨਮ ਇੰਸਾ, ਜੋ ਕਿ ਡੇਰਾ ਸੱਚਾ ਸੌਦਾ ਸਿਰਸਾ ਦਰਬਾਰ ਵਿੱਚ ਗੁਰੂ ਬ੍ਰਹਮਚਾਰੀ ਸੇਵਾਦਾਰ ਹੈ, ਉਸਨੇ ਐਡਮ ਬਲੌਕ ਦੇ ਜ਼ਰੀਏ ਪਿਤਾ ਜੀ ਦੇ ਚਰਨਾਂ ਵਿੱਚ ਮੇਰੀ ਚੱਲ ਰਹੀ ਸਥਿਤੀ ਨੂੰ ਬਿਆਨ ਕੀਤਾ। ਪੂਜਨਿਕ ਪਿਤਾ ਜੀ ਨੇ ਆਪਣੇ ਆਸ਼ੀਰਵਾਦ ਦੇ ਨਾਲ ਬਚਨ ਫਰਮਾਏ ਕਿ ਬੇਟਾ ਟੈਨਸ਼ਨ ਨਹੀਂ ਲੈਣੀ, ਪੋਜ਼ਿਟਿਵ ਰਹੋ, ਸਾਰੀ ਦੁਨੀਆ ਠੀਕ ਹੋ ਰਹੀ ਹੈ। ਸਾਰਾ ਪਰਿਵਾਰ ਸਿਮਰਨ ਕਰੋ ਅਤੇ ਜੋ ਵੀ ਖਾਣ ਨੂੰ ਦਿੰਦੇ ਹੋ ਸਿਮਰਨ ਕਰਕੇ ਦੇਣਾ। ਇੱਕ ਪਾਸੇ ਤਾਂ ਹਜ਼ੂਰ ਪਿਤਾ ਜੀ ਦੇ ਭੇਜੇ ਹੋਏ ਬਚਨਾਂ ਨਾਲ ਸਭ ਨੂੰ ਰਾਹਤ ਮਿਲੀ ਅਤੇ ਦੂਜੇ ਪਾਸੇ ਮੇਰੀ ਹਾਲਤ ਵੱਧ ਤੋਂ ਬੱਤਰ ਹੋ ਗਈ। ਆਖਰ ਉਹ ਪਲ ਆ ਗਿਆ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਮੈਂ ਕੁਝ ਘੰਟਿਆਂ ਜਾਂ ਕੁਝ ਦਿਨਾਂ ਦਾ ਮਹਿਮਾਨ ਹਾਂ। ਮੇਰੇ ਪਰਿਵਾਰ ਵਾਲਿਆਂ ਦੇ ਹੱਥਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰੀ ਪਤਨੀ ਲਗਾਤਾਰ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਜਾਨ ਬਖਸ਼ਣ ਦੀ ਅਰਦਾਸ ਕਰਨ ਲੱਗੀ। ਮੇਰੀ ਜਾਨ ਬਚਾਉਣ ਦਾ ਆਖਰੀ ਯਤਨ ਡਾਕਟਰਾਂ ਦੇ ਅਨੁਸਾਰ ਇੱਕ ਮੈਡੀਕਲ ਸਰਜਰੀ ਸੀ, ਜਿਸ ਵਿੱਚ ਮੇਰੇ ਅੰਦਰ ਇੱਕ ਪਾਈਪ ਪਾਈ ਜਾਣੀ ਸੀ। ਇਸ ਪ੍ਰਕਿਰਿਆ ਵਿੱਚ ਮੇਰੀ ਜਾਨ ਦੇ ਚਾਂਸ 99% ਸਨ। ਕਦੋਂ ਵੀ ਮੇਰੀ ਜਾਨ ਜਾ ਸਕਦੀ ਸੀ। ਪਤਨੀ ਦੇ ਕੰਬਦੇ ਹੋਏ ਹੱਥਾਂ ਨਾਲ ਡਾਕਟਰ ਦੇ ਕਹੇ ਅਨੁਸਾਰ ਇਸ ਪ੍ਰਕਿਰਿਆ
ਨੂੰ ਕਰਨ ਲਈ ਹਾਂ ਕਹਿੰਦੇ ਹੋਏ ਦਸਤਖਤ ਕਰ ਦਿੱਤੇ। ਮੇਰੀ ਪਤਨੀ ਦੱਸਦੀ ਹੈ ਕਿ ਉਸ ਵਾਰਡ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਸਨ। ਹਰ ਰੋਜ਼ ਇਸ ਮੰਜ਼ਰ ਨੂੰ ਵੇਖ ਕੇ ਉਹ ਹਰ ਪਲ ਮਰਦੀ ਰਹਿੰਦੀ ਸੀ। ਕਰੋਨਾ ਦਾ ਪ੍ਰਕੋਪ ਬਹੁਤ ਵੱਧ ਗਿਆ ਸੀ। ਹਰ ਪਾਸੇ ਮੌਤ ਦਾ ਤਾਂਡਵ ਚੱਲ ਰਿਹਾ ਸੀ। ਆਖਰ ਡਾਕਟਰਾਂ ਨੇ ਮੇਰੇ ਮੂੰਹ ਰਾਹੀਂ ਮੇਰੇ ਸਰੀਰ ਵਿੱਚ ਪਾਈਪ ਪਾ ਦਿੱਤੀ। ਮੇਰੇ ਹੱਥਾਂ ਅਤੇ ਪੈਰਾਂ ਨੂੰ ਮੇਰੇ ਬੈੱਡ ਨਾਲ ਬੰਨ੍ਹ ਦਿੱਤਾ ਤਾਂ ਕਿ ਕਿਸੇ ਤਰ੍ਹਾਂ ਦੀ ਹਿਲ ਜੁਲ ਨਾ ਕਰਾਂ। ਮੈਨੂੰ ਮੇਰੀ ਮੌਤ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਸੀ। ਮੇਰਾ ਸਾਹ ਬਿਲਕੁਲ ਰੁਕ ਗਿਆ ਅਤੇ ਤਦ ਮੈਨੂੰ ਅਹਿਸਾਸ ਹੋਇਆ ਕਿ ਜਿਵੇਂ ਹਜ਼ੂਰ ਪਿਤਾ ਜੀ ਪ੍ਰਤੱਖ ਮੇਰੇ ਸਾਹਮਣੇ ਖੜ੍ਹੇ ਹਨ। ਹਜ਼ੂਰ ਪਿਤਾ ਜੀ ਨੇ ਸਭ ਤੋਂ ਪਹਿਲਾਂ ਮੇਰੇ ਹੱਥਾਂ ਪੈਰਾਂ ਨੂੰ ਖੋਲ੍ਹਿਆ ਅਤੇ ਫਿਰ ਮੇਰੇ ਮੂੰਹ ਵਿੱਚੋਂ ਪੈਪ ਬਾਹਰ ਕੱਢ ਦਿੱਤੀ ਅਤੇ ਆਪਣੇ ਨੂਰੀ ਦੀਦਾਰ ਨਾਲ ਮੈਨੂੰ ਪਿਆਰ ਬਖਸ਼ਦੇ ਹੋਏ ਆਸ਼ੀਰਵਾਦ ਦਿੱਤਾ। ਫਿਰ ਪਿਤਾ ਜੀ ਨੇ ਮੈਨੂੰ ਗੋਦ ਵਿੱਚ ਬਿਠਾਇਆ ਅਤੇ ਮੈਨੂੰ ਉੱਪਰ ਵੱਲ ਲੈ ਗਏ। ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਜਿਸ ਤਰ੍ਹਾਂ ਅਸੀਂ ਕਿਸੇ ਬਹੁਤ ਵੱਡੇ ਬਰਫ਼ ਦੇ ਪਹਾੜ ਉੱਤੇ ਪਹੁੰਚ ਗਏ, ਜਿਵੇਂ ਕਿ ਹਿਮਾਚਲ ਡੇਰੇ ਚਚੀਆ ਨਗਰੀ ਦਾ ਦ੍ਰਿਸ਼ ਹੈ। ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਕਿਵੇਂ ਭੋਲਿਆ ਉੱਤੇ ਰਹਿਣਾ ਹੈ ਜਾਂ ਥੱਲੇ। ਮੈਂ ਪਿਤਾ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ, ਮੇਰੇ ਬੱਚੇ ਛੋਟੇ ਛੋਟੇ ਹਨ। ਮੇਰੀ ਪਤਨੀ ਦੀ ਉਮਰ ਵੀ ਬਹੁਤ ਘੱਟ ਹੈ। ਉਹ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕੇਗੀ। ਇਸ ਦੌਰਾਨ ਪੂਜਨੀਕ ਪਿਤਾ ਜੀ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਪੂਜਨੀਕ ਪਿਤਾ ਜੀ ਤੋਂ ਸ਼ੰਕਾ ਜਤਾਉਂਦੇ ਹੋਏ ਪੁੱਛਿਆ ਕਿ ਪਿਤਾ ਜੀ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਮੈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਪੂਜਨੀਕ ਹਜ਼ੂਰ ਪਿਤਾ ਜੀ ਨੇ ਮੈਨੂੰ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕਰਾਉਂਦੇ ਹੋਏ ਫਰਮਾਇਆ ਕਿ ਅੱਜ ਤੋਂ 10 ਸਾਲ ਪਹਿਲਾਂ ਤੇਰਾ ਇੱਕ ਭਿਆਨਕ ਕਰਮ ਸੀ ਜਦੋਂ ਤੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਤੇਰੀ ਗੱਡੀ ਦਾ ਕੁਝ ਵੀ ਨਹੀਂ ਬਚਿਆ ਸੀ, ਪਰ ਤੈਨੂੰ ਖਰੋਚ ਤੱਕ ਨਹੀਂ ਆਈ ਸੀ। ਇਸ ਦੇ 5 ਸਾਲ ਬਾਅਦ ਤੇਰੀ ਰੀੜ੍ਹ ਦੀ ਹੱਡੀ ਵਿੱਚ ਪ੍ਰੋਬਲਮ ਹੋ ਗਈ ਸੀ, ਜਦੋਂ ਕਿ ਤੇਰਾ ਸਰਜਰੀ ਵਾਲਾ ਕੰਮ ਸੀ। ਤੇਰੇ ਤੋਂ ਸਿਰਫ ਕੁਝ ਕਸਰਤ ਕਰਵਾ ਕੇ ਹੀ ਤੇਰਾ ਕਰਮ ਕੱਟ ਦਿੱਤਾ ਸੀ। ਇਸ ਤੋਂ ਬਾਅਦ 2019 ਵਿੱਚ ਤੈਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਸੀ, ਜਿਸ ਨਾਲ ਤੇਰੀ ਬਦਨਾਮੀ ਵੀ ਹੋਈ, ਪਰ ਅਸੀਂ ਉਸ ਕੇਸ ਨੂੰ ਵੀ ਬੰਦ ਕਰਵਾ ਦਿੱਤਾ ਅਤੇ ਅੱਜ ਫਿਰ ਤੇਰੀ ਜਾਨ ਬਖਸ਼ ਰਹੇ ਹਾਂ। ਤੇਰੇ ਅੰਦਰ ਇੱਕ ਨਵਾਂ ਇੰਜਨ ਰੱਖ ਦਿੱਤਾ ਹੈ। ਹੁਣ ਯਾਦ ਰੱਖੀ ਸਾਨੂੰ ਤੈਨੂੰ ਜਿੰਦ ਬਖਸ਼ੀ ਹੈ। ਤੇਰੇ ਭਰਾ ਨੂੰ ਵੀ ਕਹਿ ਦੇਵੀਂ ਕਿ ਤੇਰੀਆਂ ਬਾਹਾਂ ਮੋੜ ਰਹੇ ਹਾਂ। ਜੋ ਕਹਿ ਰਹੇ ਸੀ ਕਿ ਤੂੰ ਬਚਦਾ ਨਹੀਂ, ਉਹਨਾਂ ਨੂੰ ਕਹਿ ਦੇਵੀਂ ਕਿ ਐਵੇਂ ਕੱਚਾ ਧੂੰਆਂ ਨਾ ਮਾਰਿਆ ਕਰਨਾ। ਅਸੀਂ ਵੀ ਕਿਹਾ ਕਿ ਹੁਣ ਅਸੀਂ ਵੀ ਕੁਝ ਨਹੀਂ ਦੇਣਾ, ਬਸ ਸੇਵਾ ਸਿਮਰਨ ਕਰਕੇ ਜ਼ਿੰਦਗੀ ਬਸਰ ਕਰਨਾ। ਮੈਂ ਸ਼ੰਕਾ ਜਤਾਉਂਦੇ ਹੋਏ ਪੁੱਛਿਆ ਕਿ ਮੈਂ ਦਰਬਾਰ ਵਿੱਚ ਰਹਿ ਕੇ ਸੇਵਾ ਕਰਨੀ ਹੈ, ਤਾਂ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਨਹੀਂ ਭੋਲਿਆ, ਰਹਿਣਾ ਤਾਂ ਗ੍ਰਸਤੀ ਵਿੱਚ ਹੀ ਹੈ। ਤਦ ਹੀ ਪੂਜਨੀਕ ਪਿਤਾ ਜੀ ਨੇ ਮੈਨੂੰ ਗੋਦ ਵਿੱਚ ਬਿਠਾ ਕੇ ਦੁਬਾਰਾ ਹਸਪਤਾਲ ਦੇ ਉਸ ਕਮਰੇ ਵਿੱਚ ਲੈ ਆਏ। ਉਸ ਤੋਂ ਬਾਅਦ ਲਗਾਤਾਰ ਮੈਨੂੰ ਹਜ਼ੂਰ ਪਿਤਾ ਜੀ ਦੇ ਦਰਸ਼ਨ ਹੁੰਦੇ ਰਹੇ। ਡਾਕਟਰ ਬੜੀ ਹੈਰਾਨੀ ਨਾਲ ਮੈਨੂੰ ਦੇਖ ਰਹੇ ਸਨ, ਕਿਉਂਕਿ ਮੇਰੇ ਮੂੰਹ ਵਿੱਚੋਂ ਪਾਈਪ ਨਿਕਲ ਚੁੱਕੀ ਸੀ ਅਤੇ ਮੇਰੇ ਹੱਥ ਪੈਰ ਖੁੱਲ੍ਹੇ ਸਨ। ਉਹ ਕਹਿ ਰਹੇ ਸਨ ਕਿ ਆਖਰ ਕੋਈ ਆਪਣੇ ਹੀ ਪਾਈਪ ਕਿਸ ਤਰ੍ਹਾਂ ਕੱਢ ਸਕਦਾ ਹੈ। ਮੇਰੀ ਹਾਲਤ ਵਿੱਚ ਹੌਲੀ ਹੌਲੀ ਸੁਧਾਰ ਆਉਣਾ ਸ਼ੁਰੂ ਹੋ ਗਿਆ। ਜਦੋਂ ਮੇਰੀ ਪਤਨੀ ਮੇਰੇ ਕੋਲ ਆਈ ਤਾਂ ਮੈਂ ਉਸ ਨੂੰ ਸਤਿਗੁਰੂ ਜੀ ਦੀ ਰਹਿਮਤ ਦਾ ਕ੍ਰਿਸ਼ਮਾ ਸੁਣਾਇਆ। ਮੈਨੂੰ ਪਤਾ ਹੈ ਕਿ ਪੂਜਨੀਕ ਪਿਤਾ ਜੀ ਦੇ ਅਹਿਸਾਨ ਬੋਲ ਕੇ ਜਾਂ ਸ਼ਬਦਾਂ ਰਾਹੀਂ ਲਿਖ ਕੇ ਬਿਆਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਉਹਨਾਂ ਦੇ ਉਪਕਾਰਾਂ ਦੀ ਕੋਈ ਸੀਮਾ ਹੀ ਨਹੀਂ। ਉਹ ਪਲ ਪਲ ਆਪਣੇ ਜੀਵਾਂ ਦੀ ਸੰਭਾਲ ਕਰਦੇ ਹਨ। ਸਾਰੀ ਦੁਨੀਆ ਪੂਜਨੀਕ ਪਿਤਾ ਜੀ ਦੇ ਸੁਨਾਰੀਆ ਧਾਮ ਤੋਂ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਉੱਥੇ ਹੀ
ਹਜ਼ੂਰ ਪਿਤਾ ਜੀ ਪ੍ਰਤੱਖ ਮੇਰੇ ਕੋਲ ਰਹਿ ਕੇ ਮੇਰੀ ਲਗਾਤਾਰ ਸੰਭਾਲ ਕਰ ਰਹੇ ਸਨ। ਮੇਰੀ ਸੁਧਰਦੀ ਹਾਲਤ ਨੂੰ ਵੇਖ ਕੇ ਡਾਕਟਰ ਬੜੇ ਹੈਰਾਨ ਸਨ। ਉਹਨਾਂ ਵਿੱਚੋਂ ਇੱਕ ਅਨੁਭਵੀ ਡਾਕਟਰ ਰੁਪਿੰਦਰ ਦਾ ਕਹਿਣਾ ਸੀ ਕਿ ਜਿਸ ਨੂੰ ਅਸੀਂ ਡੈੱਡ ਘੋਸ਼ਿਤ ਕਰ ਦਈਏ, ਜਾਣੀ ਮਰਿਆ ਹੋਇਆ ਘੋਸ਼ਿਤ ਕਰ ਦਈਏ, ਉਸ ਦਾ ਜਿੰਦਾ ਰਹਿਣਾ ਨਾਮੁਮਕਿਨ ਹੁੰਦਾ ਹੈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਸ ਤਰ੍ਹਾਂ ਹੋ ਗਿਆ। ਉਹਨਾਂ ਲਈ ਚਮਤਕਾਰ ਤੋਂ ਘੱਟ ਨਹੀਂ ਸੀ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੇਰੇ ਰੱਖਿਅਕ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਹਰ ਵਕਤ ਮੇਰੇ ਕੋਲ ਰਹਿੰਦੇ ਹਨ। ਮੈਨੂੰ ਪਿਤਾ ਜੀ ਦੇ ਹਰ ਵਕਤ ਦਰਸ਼ਨ ਹੋ ਰਹੇ ਸਨ। ਕਦੇ ਮੇਰੇ ਬੈੱਡ ਦੇ ਕੋਲ, ਕਦੇ ਸਾਹਮਣੇ ਤੋਂ, ਘਰੇ ਧੁੱਪ ਨੂੰ ਰੋਕਣ ਲਈ ਲਾਈ ਗਈ ਖਿੜਕੀ ਤੇ ਲੱਗੀ ਚਾਦਰ ਵਿੱਚੋਂ ਮੈਨੂੰ ਹੀ ਨਿਹਾਰਦੇ ਰਹਿੰਦੇ ਸਨ। ਪੂਜਨੀਕ ਪਿਤਾ ਜੀ ਨੇ ਕੇਵਲ ਮੇਰੀ ਜਾਨ ਹੀ ਨਹੀਂ ਬਖਸ਼ੀ, ਸਗੋਂ ਮਾਂ ਦੀ ਤਰ੍ਹਾਂ ਹਰ ਵਕਤ ਮੇਰੀ ਨਿਗਰਾਨੀ ਵੀ ਕੀਤੀ। ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਬੈੱਡ 'ਤੇ ਲੇਟਿਆ ਹੋਇਆ ਪਿਆ ਸੀ, ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ। ਮੈਂ ਪਿਤਾ ਜੀ ਨੂੰ ਕਿਹਾ, ਪਿਤਾ ਜੀ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ। ਘੱਟ ਦੀ ਜਾਣਹਾਰ ਪਿਤਾ ਜੀ ਨੇ ਕਿਹਾ, ਬੇਟਾ ਕੱਲ੍ਹ ਸ਼ਾਮ 6 ਵਜੇ ਤੈਨੂੰ AC ਰੂਮ ਵਿੱਚ ਸ਼ਿਫਟ ਕਰ ਦੇਵਾਂਗੇ। ਅਤੇ ਠੀਕ ਉਵੇਂ ਹੀ ਹੋਇਆ। ਅਗਲੇ ਦਿਨ 6 ਵਜੇ ਮੈਨੂੰ AC ਰੂਮ ਵਿੱਚ ਸ਼ਿਫਟ ਕਰ ਦਿੱਤਾ। ਫਿਰ ਮੈਨੂੰ ਦਵਾਈਆਂ ਕਾਰਨ ਕਬਜ਼ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਗਈ। ਇਸ ਤੋਂ ਬਹੁਤ ਪਰੇਸ਼ਾਨ ਹੋ ਗਿਆ। ਬਾਰ-ਬਾਰ ਇਸ ਦੀ ਦਵਾਈ ਲੈਣ ਨਾਲ ਮੈਨੂੰ ਵੀ ਕੋਈ ਰਾਹਤ ਨਹੀਂ ਮਿਲੀ। ਮੇਰਾ 2-3 ਵਾਰ ਅਨੀਮਾ ਵੀ ਕੀਤਾ ਗਿਆ, ਫਿਰ ਵੀ ਕੋਈ ਸੁਧਾਰ ਨਹੀਂ ਹੋਇਆ। ਮੈਂ ਫਿਰ ਪੂਜਨੀਕ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਕਬਜ਼ ਠੀਕ ਕਰੋ। ਪਿਤਾ ਜੀ ਨੇ ਫਰਮਾਇਆ ਕਿ ਬੇਟਾ ਕੁਝ ਨਹੀਂ, ਬਸਲੇਰੀ ਦਾ ਪਾਣੀ ਮੰਗਵਾ ਕੇ ਪੀ ਲੈ। ਅਗਲੇ ਦਿਨ ਜਦੋਂ ਮੇਰਾ ਭਰਾ ਮੈਨੂੰ ਮਿਲਣ ਲਈ ਆਇਆ, ਮੈਂ ਉਸ ਨੂੰ ਕਿਹਾ ਮੈਨੂੰ ਬਸਲੇਰੀ ਦਾ ਪਾਣੀ ਲਿਆ ਕੇ ਦੇ। ਉਸ ਪਾਣੀ ਨੂੰ ਪੀਂਦੇ ਹੀ ਮੇਰੀ ਤਬੀਅਤ ਠੀਕ ਹੋ ਗਈ ਅਤੇ ਮੈਨੂੰ ਇਸ ਤੋਂ ਵੀ ਰਾਹਤ ਮਿਲੀ। ਲਗਾਤਾਰ ਬਿਮਾਰ ਰਹਿਣ ਕਾਰਨ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਮੇਰਾ ਵਜ਼ਨ ਲਗਭਗ 90 ਕਿਲੋ ਤੋਂ 42 ਕਿਲੋ ਤੱਕ ਆ ਗਿਆ ਸੀ। ਮੇਰਾ ਬਿਸਤਰੇ ਤੋਂ ਉੱਠਣਾ ਮੁਸ਼ਕਲ ਹੋਇਆ ਪਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮੈਨੂੰ ਨਾਰਮਲ ਚੱਲਣ ਫਿਰਨ ਵਿੱਚ ਡਾਕਟਰਾਂ ਦੇ ਅਨੁਸਾਰ 3 ਮਹੀਨੇ ਦਾ ਸਮਾਂ ਲੱਗੇਗਾ। ਇਸ ਦੌਰਾਨ ਮੇਰੀ ਭੈਣ ਪੂਨਮ ਨੇ ਮੇਰੇ ਲਈ ਪੂਜਨੀਕ ਪਿਤਾ ਜੀ ਦੇ ਆਸ਼ੀਰਵਾਦ ਦਾ ਪ੍ਰਸ਼ਾਦ, ਬਦਾਮ ਦਾ ਪ੍ਰਸ਼ਾਦ ਭੇਜਿਆ। ਮੇਰੇ ਪਰਿਵਾਰ ਨੇ ਜਿਵੇਂ ਹੀ ਉਹ ਪ੍ਰਸ਼ਾਦ ਖਾਣ ਲਈ ਮੇਰੇ ਮੂੰਹ ਵਿੱਚ ਪਾਇਆ, ਉਸ ਨੂੰ ਖਾਂਦੇ ਹੀ ਇੱਕਦਮ ਮੇਰਾ ਸਰੀਰ ਬਹੁਤ ਤੇਜ਼ੀ ਨਾਲ ਕੰਬਣ ਲੱਗਿਆ। ਮੇਰੀ ਅਜਿਹੀ ਹਾਲਤ ਨੂੰ ਦੇਖ ਕੇ ਸਭ ਡਰ ਗਏ। ਅਚਾਨਕ ਮੇਰਾ ਸਰੀਰ ਫਿਰ ਨਾਰਮਲ ਹੋ ਗਿਆ ਅਤੇ ਜਿਸ ਤਰ੍ਹਾਂ ਮੇਰੇ ਅੰਦਰ ਬਹੁਤ ਜ਼ਿਆਦਾ ਪਾਵਰ ਆ ਗਈ ਹੋਵੇ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਕੁਝ ਕਦਮ ਤੁਰਨਾ ਹੈ ਅਤੇ ਕੁਝ ਹੀ ਪਲਾਂ ਵਿੱਚ ਮੈਂ ਆਪਣੇ ਕਮਰੇ ਵਿੱਚ ਚੱਲਣ ਲੱਗਿਆ। ਇਹ ਸਭ ਪੂਜਨੀਕ ਹਜ਼ੂਰ ਪਿਤਾ ਜੀ ਦੀ ਕਿਰਪਾ ਦਾ ਨਮੂਨਾ ਸੀ। ਕਹਿੰਦੇ ਹਨ, ਮੈਂ ਤਾਂ ਜਿਹੜੀ ਸੋਚਾਂ ਉਹੀ ਮੰਨ ਲੈਂਦਾ, ਕਿਵੇਂ ਭੁੱਲ ਜਾਵਾਂ ਪੀਰ ਨੂੰ। ਮੈਂ ਪੂਜਨੀਕ ਪਿਤਾ ਜੀ ਨੂੰ ਕਿਹਾ ਮੈਂ ਹਸਪਤਾਲ ਤੋਂ ਤੰਗ ਆ ਗਿਆ ਹਾਂ। ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਠੀਕ 1 ਮਹੀਨਾ 3 ਦਿਨ ਬਾਅਦ ਤੈਨੂੰ ਛੁੱਟੀ ਮਿਲ ਜਾਵੇਗੀ। ਫਿਰ ਪੂਜਨੀਕ ਪਿਤਾ ਜੀ ਨੇ ਫਰਮਾਇਆ ਕਿ ਹੁਣ ਅਸੀਂ ਚੱਲਦੇ ਹਾਂ, ਹੁਣ ਤੂੰ ਬਿਲਕੁਲ ਠੀਕ ਹੈ। ਪੂਜਨੀਕ ਪਿਤਾ ਜੀ ਦੇ ਬਚਨ ਅਨੁਸਾਰ ਮੈਨੂੰ 1 ਮਹੀਨਾ 3 ਦਿਨ ਬਾਅਦ ਹਸਪਤਾਲ 'ਚੋਂ ਛੁੱਟੀ ਮਿਲੀ। ਪੂਜਨੀਕ ਹਜ਼ੂਰ ਪਿਤਾ ਜੀ ਨੇ ਨਾ ਕੇਵਲ ਮੇਰੀ ਅਤੇ ਮੇਰੇ ਪਰਿਵਾਰ ਦੀ ਸੰਭਾਲ ਕੀਤੀ, ਸਗੋਂ ਮੇਰੀ ਬਿਮਾਰੀ, ਮੇਰੀ ਪਰੇਸ਼ਾਨੀ ਅਤੇ ਮੇਰੀਆਂ ਸ਼ੰਕਾਵਾਂ ਨੂੰ ਵੀ ਦੂਰ ਕੀਤਾ। ਪੂਰਨ ਮੁਰਸ਼ਿਦ ਦੀ ਸ਼ਰਨ ਭਾਗਾਂ ਨਾਲ ਨਸੀਬ ਹੁੰਦੀ ਹੈ ਅਤੇ ਮੈਂ ਉਹ ਭਾਗਾਸ਼ਾਲੀ ਹਾਂ ਜਿਸ ਦੀ ਸਤਿਗੁਰ ਜੀ ਨੇ ਪਲ ਪਲ ਸੰਭਾਲ ਕੀਤੀ ਅਤੇ ਕਰ ਰਹੇ ਹਨ। ਧੰਨ ਹਨ ਮੇਰੇ ਸਤਿਗੁਰ ਜੀ, ਜਿਨ੍ਹਾਂ ਨੇ ਪਲ ਪਲ ਸੰਭਾਲ ਕੀਤੀ। ਧੰਨ ਹਨ ਮੇਰੇ ਸਤਿਗੁਰ ਜੀ, ਮੇਰਾ ਅਤੇ ਮੇਰੇ ਪਰਿਵਾਰ ਦਾ ਰੋਮ ਰੋਮ ਸਤਿਗੁਰ ਜੀ ਦਾ ਆਭਾਰੀ ਹੈ। ਹੁਣ ਸਤਿਗੁਰ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਮੈਂ ਤਮਾਮ ਉਮਰ ਸੇਵਾ ਸਿਮਰਨ ਕਰਕੇ ਆਪਣੀ ਜ਼ਿੰਦਗੀ ਨੂੰ ਉਸੇ ਤਰ੍ਹਾਂ ਬਸਰ ਕਰਾਂ ਜਿਸ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਮੇਰਾ ਮਾਰਗਦਰਸ਼ਨ ਕੀਤਾ ਹੈ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਪਲੀਜ਼ ਬੇਨਤੀ ਹੈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ।